ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਦੂਜੀ ਭਾਸ਼ਾ ਜਮਾਤ 7ਵੀਂ ਦੀ ਕਿਤਾਬ ਦਾ 5ਵਾਂ ਪਾਠ ਕਰਾਂਗੇ। ਇਹ ਪਾਠ ਇੱਕ ਕਹਾਣੀ ਹੈ ਜਿਸ ਦਾ ਸਿਰਲੇਖ ਹੈ ਕਾਬਲੀਵਾਲਾ ਅਤੇ ਇਸ ਦੇ ਲੇਖਕ ਹਨ ਰਬਿੰਦਰਨਾਥ ਟੈਗੋਰ। ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਮਹਾਨ ਲੇਖਕ ਰਬਿੰਦਰਨਾਥ ਟੈਗੋਰ ਜੀ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹਾਂਗੀ। ਰਬਿੰਦਰਨਾਥ ਟੈਗੋਰ ਜੀ ਨੂੰ ਗੁਰੂਦੇਵ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਉਹ ਭਾਰਤ ਦੇ ਇੱਕ ਬਹੁਤ ਹੀ ਮਹਾਨ ਲੇਖਕ ਸਨ। ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਦੀਆਂ ਕਿਤਾਬਾਂ ਲਿਖੀਆਂ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਛੋਟੀਆਂ ਕਹਾਣੀਆਂ ਅਤੇ ਨਾਵਲ ਵੀ ਲਿਖੇ। ਉਹਨਾਂ ਦੀ ਕਿਤਾਬ ਗੀਤਾਂਜਲੀ ਨੂੰ 1913 ਵਿੱਚ ਨੋਬਲ ਪੁਰਸਕਾਰ ਮਿਲਿਆ। ਇਹ ਪਹਿਲੀ ਗੈਰ ਯੂਰਪੀ ਕਿਤਾਬ ਸੀ ਜਿਸ ਨੂੰ ਕਿ ਇਹ ਨੋਬਲ ਪੁਰਸਕਾਰ ਮਿਲਿਆ। ਇਸ ਤੋਂ ਪਹਿਲਾਂ ਲਿਟਰੇਚਰ ਦਾ ਜੋ ਨੋਬਲ ਪੁਰਸਕਾਰ ਹੈ ਯਾਨੀ ਕਿ ਸਾਹਿਤ ਦਾ ਨੋਬਲ ਪੁਰਸਕਾਰ ਸਿਰਫ ਯੂਰਪੀ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਹੀ ਮਿਲਿਆ ਸੀ। ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਨੇ ਮੁੱਖ ਰੂਪ ਵਿੱਚ ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਆਪਣੀਆਂ ਰਚਨਾਵਾਂ ਕੀਤੀਆਂ, ਪਰ ਉਹਨਾਂ ਦੀਆਂ ਰਚਨਾਵਾਂ ਇੰਨੀਆਂ ਪ੍ਰਸਿੱਧ ਹੋਈਆਂ ਕਿ ਉਹ ਹੁਣ ਸੰਸਾਰ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਟਰਾਂਸਲੇਟ ਹੋ ਚੁੱਕੀਆਂ ਹਨ। ਅੱਜ ਅਸੀਂ ਉਹਨਾਂ ਦੀ ਕਹਾਣੀ ਪੜ੍ਹਨ ਜਾ ਰਹੇ ਹਾਂ, ਕਾਬਲੀਵਾਲਾ। ਕਾਬਲੀਵਾਲਾ ਕਹਾਣੀ ਇੱਕ ਰਹਿਮਤ ਨਾਂ ਦੇ ਕਾਬਲੀਵਾਲਾ ਯਾਨੀ ਕਿ ਜਿਹੜਾ ਬੰਦਾ ਅਫਗਾਨਿਸਤਾਨ ਦਾ ਉੱਥੇ ਆ ਕੇ ਡਰਾਈ ਫਰੂਟਸ ਵੇਚਦਾ ਹੈ, ਬਦਾਮ, ਮੇਵੇ, ਕਿਸ਼ਮਿਸ਼, ਨਿਰਜੇ, ਇਹੋ ਜਿਹੀ ਚੀਜ਼ਾਂ ਵੇਚਦਾ ਹੈ, ਅਤੇ ਇੱਕ ਮਿੰਨੀ ਨਾਂ ਦੀ 7 ਸਾਲ ਦੀ ਛੋਟੀ ਜਿਹੀ ਕੁੜੀ ਦੀ ਕਹਾਣੀ ਹੈ। ਕਿਸ ਤਰ੍ਹਾਂ ਇਹ ਦੋਨੋਂ ਅਣਜਾਣ ਲੋਕ ਇੱਕ ਦੂਸਰੇ ਨਾਲ ਜੁੜ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਸਾਨੂੰ ਇਸ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਓ ਬੱਚੋ ਫਿਰ ਸ਼ੁਰੂ ਕਰੀਏ ਕਹਾਣੀ ਕਾਬਲੀਵਾਲਾ। ਮੇਰੀ 5 ਕੁ ਸਾਲ ਦੀ ਛੋਟੀ ਬੇਟੀ ਮਿੰਨੀ ਪਲ ਭਰ ਵੀ ਚੁੱਪ ਨਹੀਂ ਬੈਠ ਸਕਦੀ। ਇੱਕ ਦਿਨ ਸਵੇਰੇ ਸਵੇਰੇ ਕਹਿਣ ਲੱਗੀ, ਬਾਬੂ ਜੀ ਰਾਮਦਿਆਲ ਦਰਬਾਨ ਹੈ ਨਾ, ਉਹ ਕਾਗ ਨੂੰ ਕਾਂ ਕਹਿੰਦਾ ਹੈ। ਉਹਨੂੰ ਕੁਝ ਪਤਾ ਹੀ ਨਹੀਂ ਬਾਬੂ ਜੀ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਦੂਜੀ ਗੱਲ ਛੇੜ ਪੈਂਦੀ। ਵੇਖੋ ਬਾਬੂ ਜੀ, ਭੋਲਾ ਕਹਿੰਦਾ ਹੈ ਅਸਮਾਨ ਵਿੱਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਸ ਕਰਕੇ ਮੀਂਹ ਪੈਂਦਾ ਹੈ। ਦੱਸੋ ਬਾਬੂ ਜੀ, ਭੋਲਾ ਝੂਠ ਬੋਲਦਾ ਹੈ ਨਾ। ਇੰਨਾ ਕਹਿ ਕੇ ਉਹ ਖੇਡਣ ਲੱਗ ਪਈ। ਤਾਂ ਇਹਨਾਂ ਲਾਈਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਿੰਨੀ ਜੋ 5 ਸਾਲ ਦੀ ਹੈ ਬਹੁਤ ਹੀ ਚੁਲਬੁਲੀ ਲੜਕੀ ਹੈ। ਮੇਰਾ ਘਰ ਸੜਕ ਦੇ ਕੰਢੇ 'ਤੇ ਹੈ। ਇੱਕ ਦਿਨ ਮਿੰਨੀ ਮੇਰੇ ਕਮਰੇ ਵਿੱਚ ਖੇਡ ਰਹੀ ਸੀ। ਅਚਾਨਕ ਖੇਡ ਛੱਡ ਕੇ ਖਿੜਕੀ ਵੱਲ ਦੌੜ ਗਈ ਅਤੇ ਬੜੇ ਜ਼ੋਰ ਨਾਲ ਚੀਕਣ ਲੱਗੀ, ਕਾਬਲੀ ਵਾਲੇ, ਉਹ ਕਾਬਲੀ ਵਾਲੇ। ਮੋਢੇ 'ਤੇ ਮੇਵਿਆਂ ਦੀ ਬੋਰੀ ਲਟਕਾਈ, ਹੱਥ ਵਿੱਚ ਅੰਗੂਰਾਂ ਦੀ ਟੋਕਰੀ ਫੜੀ, ਇੱਕ ਉੱਚਾ ਲੰਮਾ ਕਾਬਲੀਵਾਲਾ ਧੀਮੀ ਚਾਲ ਵਿੱਚ ਸੜਕ 'ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਸਾਡੇ ਘਰ ਵੱਲ ਮੁੜਿਆ, ਮਿੰਨੀ ਡਰ ਕੇ ਅੰਦਰ ਭੱਜ ਗਈ। ਉਹ ਡਰ ਗਈ ਸੀ ਕਿ ਕਿਧਰੇ ਉਹ ਉਸਨੂੰ ਫੜ ਕੇ ਨਾ ਲੈ ਜਾਵੇ। ਉਸ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀਵਾਲੇ ਦੇ ਬੋਰੀ ਖੋਲ੍ਹਣ 'ਤੇ ਵਿੱਚੋਂ 2-4 ਬੱਚੇ ਨਿਕਲ ਸਕਦੇ ਹਨ। ਤਾਂ ਮਿੰਨੀ ਡਰ ਗਈ ਕਾਬਲੀਵਾਲੇ ਤੋਂ। ਕਿਉਂਕਿ ਉਸਨੇ ਘਰਦਿਆਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸੀ, ਆਪਣੇ ਆਸ-ਪਾਸ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸੀ ਕਿ ਕਾਬਲੀਵਾਲੇ ਜਿਹੜੇ ਹੁੰਦੇ ਨੇ ਉਹ ਆਪਣੀ ਬੋਰੀ ਵਿੱਚ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਨੇ। ਜਿਵੇਂ ਕਰਦੇ ਤੁਹਾਡੇ ਵੀ ਮਾਂ ਪਿਓ ਕਈ ਵਾਰ ਤੁਹਾਨੂੰ ਡਰਾਉਣ ਲਈ, ਕਿਸੇ ਚੀਜ਼ ਤੋਂ ਦੂਰ ਰੱਖਣ ਲਈ ਝੂਠੀ ਕਹਾਣੀ ਸੁਣਾ ਦਿੰਦੇ ਨੇ, ਉਸੇ ਤਰ੍ਹਾਂ ਮਿੰਨੀ ਨੇ ਵੀ ਇਸ ਤਰ੍ਹਾਂ ਦੇ ਝੂਠ ਸੁਣੇ ਹੋਏ ਸਨ। ਕਾਬਲੀਵਾਲਾ ਨੇ ਮੁਸਕਰਾ ਕੇ ਮੈਨੂੰ ਸਲਾਮ ਕੀਤੀ। ਮੈਂ ਉਸ ਤੋਂ ਕੁਝ ਸੌਦਾ ਖਰੀਦਿਆ। ਫਿਰ ਉਹ ਪੁੱਛਣ ਲੱਗਾ, ਬਾਬੂ ਸਾਹਿਬ ਤੁਹਾਡੀ ਬੱਚੀ ਕਿੱਥੇ ਹੈ? ਮੈਂ ਮਿੰਨੀ ਦਾ ਡਰ ਕੱਢਣ ਖਾਤਰ ਮਿੰਨੀ ਨੂੰ ਆਵਾਜ਼ ਦੇ ਕੇ ਬੁਲਾਇਆ। ਕਾਬਲੀਵਾਲਾ ਬੋਰੀ ਵਿੱਚੋਂ ਬਦਾਮ, ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਪਰ ਮਿੰਨੀ ਨੇ ਕੁਝ ਵੀ ਨਹੀਂ ਲਿਆ। ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ। ਕਾਬਲੀਵਾਲੇ ਨਾਲ ਮਿੰਨੀ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਹੋਈ। ਕੁਝ ਦਿਨ ਬਾਅਦ ਮੈਂ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਜਾ ਰਿਹਾ ਸੀ ਕਿ ਕੀ ਦੇਖਦਾ ਹਾਂ ਕਿ ਮਿੰਨੀ ਕਾਬਲੀਵਾਲੇ ਨਾਲ ਪਟਾਕ ਗੱਲਾਂ ਮਾਰ ਰਹੀ ਹੈ ਅਤੇ ਕਾਬਲੀਵਾਲਾ ਮੁਸਕਰਾਉਂਦਾ ਹੋਇਆ ਸੁਣ ਰਿਹਾ ਹੈ। ਪਟਾਕ ਗੱਲਾਂ ਮਾਰਨਾ ਮਤਲਬ ਬਹੁਤ ਸਾਰੀਆਂ ਗੱਲਾਂ ਮਾਰਨਾ। ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ। ਮੈਂ ਕਾਬਲੀਵਾਲੇ ਨੂੰ ਇੱਕ ਅਠਿਆਨੀ ਦਿੰਦੇ ਹੋਏ ਕਿਹਾ, ਇਸ ਨੂੰ ਇਹ ਸਭ ਕੁਝ ਕਿਉਂ ਦਿੱਤਾ? ਅੱਗੇ ਤੋਂ ਨਾ ਦੇਣਾ। ਇੰਨਾ ਕਹਿ ਕੇ ਮੈਂ ਚਲਾ ਗਿਆ। ਕੁਝ ਦੇਰ ਤੱਕ ਕਾਬਲੀਵਾਲਾ ਮਿੰਨੀ ਨਾਲ ਗੱਲਾਂ ਕਰਦਾ ਰਿਹਾ। ਜਾਂਦਿਆਂ ਹੋਇਆਂ ਉਹ ਅਠਿਆਨੀ ਉਹ ਮਿੰਨੀ ਦੀ ਝੋਲੀ ਵਿੱਚ ਸੁੱਟ ਗਿਆ। ਜਦੋਂ ਮੈਂ ਘਰ ਵਾਪਸ ਆਇਆ ਤਾਂ ਦੇਖਿਆ
ਮਿੰਨੀ ਦੀ ਮਾਂ ਉਸਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਤਾਂ ਕਾਬਲੀ ਵਾਲੇ ਨੇ ਮਿੰਨੀ ਨੂੰ ਬਹੁਤ ਸਾਰੇ ਬਦਾਮ ਤੇ ਕਿਸ਼ਮਿਸ਼ ਵੀ ਦਿੱਤੇ ਤੇ ਉਸ ਕੋਲੋਂ ਕੋਈ ਪੈਸੇ ਵੀ ਨਹੀਂ ਲਏ। ਕਾਬਲੀ ਵਾਲਾ ਹਰ ਰੋਜ਼ ਆਉਂਦਾ ਰਿਹਾ। ਉਸਨੇ ਕਿਸ਼ਮਿਸ਼ ਬਦਾਮ ਦੇ ਕੇ ਮਿੰਨੀ ਦੇ ਛੋਟੇ ਜਿਹੇ ਦਿਲ ਤੇ ਕਬਜ਼ਾ ਕਰ ਲਿਆ ਸੀ। ਦੋਵੇਂ ਦੇਰ ਤੱਕ ਗੱਲਾਂ ਕਰਦੇ ਅਤੇ ਜ਼ੋਰ-ਜ਼ੋਰ ਦੀ ਹੱਸਦੇ। ਰਹਿਮਤ ਕਾਬਲੀ ਵਾਲੇ ਨੂੰ ਦੇਖਦਿਆਂ ਹੀ ਮੇਰੀ ਬੱਚੀ ਹੱਸਦੀ ਹੋਈ ਪੁੱਛਦੀ, ਕਾਬਲੀ ਵਾਲੇ, ਉਹ ਕਾਬਲੀ ਵਾਲੇ, ਤੇਰੀ ਬੋਰੀ ਵਿੱਚ ਕੀ ਹੈ? ਤਾਂ ਸਾਨੂੰ ਇੱਥੇ ਪਤਾ ਲੱਗਿਆ ਕਿ ਕਾਬਲੀ ਵਾਲੇ ਦਾ ਨਾਮ ਹੈ ਰਹਿਮਤ ਤੇ ਉਹ ਰੋਜ਼ ਆਉਂਦਾ ਸੀ ਮਿੰਨੀ ਕੋਲ ਤੇ ਉਸ ਨਾਲ ਗੱਲਾਂ ਕਰਦਾ ਸੀ। ਰਹਿਮਤ ਹੱਸਦਾ ਹੋਇਆ ਕਹਿੰਦਾ, ਹਾਥੀ। ਫਿਰ ਮਿੰਨੀ ਨੂੰ ਪੁੱਛਦਾ, ਤੂੰ ਸਹੁਰੇ ਕਦੋਂ ਜਾਏਂਗੀ? ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ, ਤੂੰ ਸਹੁਰੇ ਕਦੋਂ ਜਾਵੇਂਗਾ? ਰਹਿਮਤ ਆਪਣਾ ਮੁੱਕਾ ਘੁਮਾ ਕੇ ਕਹਿੰਦਾ, ਮੈਂ ਸਹੁਰੇ ਨੂੰ ਮਾਰਾਂਗਾ। ਉਸਦੀ ਇਸ ਗੱਲ ਤੇ ਮਿੰਨੀ ਬਹੁਤ ਹੱਸਦੀ। ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀ ਵਾਲਾ ਆਪਣੇ ਦੇਸ਼ ਚਲਿਆ ਜਾਂਦਾ। ਜਾਣ ਤੋਂ ਪਹਿਲਾਂ ਉਹ ਸਭ ਲੋਕਾਂ ਤੋਂ ਪੈਸੇ ਉਗਰਾਉਣ ਤੇ ਲੱਗਿਆ ਰਹਿੰਦਾ। ਉਸਨੂੰ ਘਰ ਘਰ ਜਾਣਾ ਪੈਂਦਾ। ਫਿਰ ਵੀ ਉਹ ਦਿਨ ਵਿੱਚ ਇੱਕ ਵਾਰ ਮਿੰਨੀ ਨੂੰ ਜ਼ਰੂਰ ਮਿਲਣ ਆਉਂਦਾ। ਪੈਸੇ ਉਗਰਾਉਣ ਮਤਲਬ ਪੈਸੇ ਲੈਣ, ਕਿਉਂਕਿ ਲੋਕੀ ਉਹਦੇ ਕੋਲ ਬਹੁਤ ਵਾਰੀ ਉਧਾਰੀ ਸੌਦਾ ਲੈ ਲੈਂਦੇ ਸਨ ਤੇ ਉਸਨੂੰ ਕਹਿੰਦੇ ਸਨ ਕਿ ਤੈਨੂੰ ਪੈਸੇ ਅਸੀਂ ਬਾਅਦ ਵਿੱਚ ਦੇ ਦੇਵਾਂਗੇ। ਤਾਂ ਉਹ ਜਦੋਂ ਉਸਨੇ ਆਪਣੇ ਦੇਸ਼ ਵਾਪਸ ਜਾਣਾ ਹੁੰਦਾ ਸਰਦੀਆਂ ਦੇ ਅੰਤ ਵਿੱਚ ਤਾਂ ਉਹ ਸਾਰਿਆਂ ਤੋਂ ਪੈਸੇ ਇਕੱਠੇ ਕਰਦਾ ਜਿਨ੍ਹਾਂ ਤੋਂ ਕਿ ਉਸਨੇ ਲੈਣੇ ਹੁੰਦੇ ਸਨ। ਪਰ ਇੰਨਾ ਬਿਜ਼ੀ ਹੋਣ ਦੇ ਬਾਵਜੂਦ ਵੀ ਉਹ ਦਿਨ 'ਚ ਇੱਕ ਵਾਰੀ ਮਿੰਨੀ ਨੂੰ ਜ਼ਰੂਰ ਮਿਲਣ ਆਉਂਦਾ। ਇੱਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿੱਚ ਬੈਠਾ ਕੋਈ ਕੰਮ ਕਰ ਰਿਹਾ ਸੀ ਕਿ ਬਾਹਰ ਸੜਕ 'ਤੇ ਸ਼ੋਰ ਸੁਣਾਈ ਦਿੱਤਾ। ਦੇਖਿਆ ਕਿ ਰਹਿਮਤ ਨੂੰ 2 ਸਿਪਾਹੀ ਬੰਨ੍ਹ ਕੇ ਲਈ ਜਾ ਰਹੇ ਸਨ। ਰਹਿਮਤ ਦੇ ਕੁੜਤੇ 'ਤੇ ਲਹੂ ਦੇ ਦਾਗ ਲੱਗੇ ਹੋਏ ਸਨ। ਸਿਪਾਹੀ ਦੇ ਹੱਥ ਵਿੱਚ ਲਹੂ ਨਾਲ ਲਿਬੜਿਆ ਹੋਇਆ ਛੁਰਾ ਸੀ। ਲਹੂ ਮਤਲਬ ਖੂਨ। ਤਾਂ ਰਹਿਮਤ ਦੇ ਕੁੜਤੇ ਉੱਤੇ ਖੂਨ ਦੇ ਦਾਗ ਸਨ ਤੇ ਇੱਕ ਸਿਪਾਹੀ ਨੇ ਇੱਕ ਖੂਨ ਨਾਲ ਲਿਬੜਿਆ ਹੋਇਆ ਛੁਰਾ ਯਾਨੀ ਕਿ ਚਾਕੂ, ਵੱਡਾ ਚਾਕੂ, ਉਹ ਫੜਿਆ ਹੋਇਆ ਸੀ। ਕੁਝ ਸਿਪਾਹੀ ਤੋਂ ਤੇ ਕੁਝ ਰਹਿਮਤ ਦੇ ਮੂੰਹੋਂ ਸੁਣਿਆ ਕਿ ਸਾਡੇ ਗੁਆਂਢ ਵਿੱਚ ਰਹਿ ਰਹੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ ਸੀ। ਉਸ ਵੱਲ ਕੁਝ ਪੈਸੇ ਰਹਿਮਤ ਦੇ ਉਧਾਰੇ ਰਹਿੰਦੇ ਸਨ ਜਿਨ੍ਹਾਂ ਨੂੰ ਮੋੜਨ ਤੋਂ ਉਸਨੇ ਨਾ ਕਰ ਦਿੱਤੀ ਸੀ। ਦੋਹਾਂ ਦਾ ਇਸ ਗੱਲ 'ਤੇ ਝਗੜਾ ਹੋ ਗਿਆ ਤੇ ਕਾਬਲੀ ਵਾਲੇ ਨੇ ਉਸਨੂੰ ਛੁਰਾ ਮਾਰ ਦਿੱਤਾ। ਹੁਣ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਾਬਲੀ ਵਾਲੇ ਨੇ ਕਿਸੇ ਬੰਦੇ ਨੂੰ ਛੁਰਾ ਮਾਰਿਆ ਕਿਉਂਕਿ ਉਹ ਬੰਦਾ ਕਾਬਲੀ ਵਾਲੇ ਦੇ ਪੈਸੇ ਵਾਪਸ ਨਹੀਂ ਸੀ ਕਰ ਰਿਹਾ। ਇੰਨੇ ਨੂੰ ਕਾਬਲੀ ਵਾਲੇ ਕਹਿੰਦੇ ਹੋਏ ਮਿੰਨੀ ਬਾਹਰ ਆ ਗਈ। ਰਹਿਮਤ ਦਾ ਚਿਹਰਾ ਪਲ ਭਰ ਲਈ ਖਿੜ ਗਿਆ। ਮਿੰਨੀ ਨੇ ਆਉਂਦਿਆਂ ਹੀ ਉਸਨੂੰ ਪੁੱਛਿਆ, ਤੂੰ ਸਹੁਰੇ ਜਾਵੇਂਗਾ? ਰਹਿਮਤ ਨੇ ਹੱਸ ਕੇ ਕਿਹਾ, ਉੱਥੇ ਹੀ ਤਾਂ ਜਾ ਰਿਹਾ ਹਾਂ। ਰਹਿਮਤ ਨੂੰ ਲੱਗਿਆ ਕਿ ਉਸਦੇ ਉੱਤਰ ਨਾਲ ਮਿੰਨੀ ਖੁਸ਼ ਨਹੀਂ ਹੋਈ ਤਾਂ ਉਸਨੇ ਮੁੱਕਾ ਦਿਖਾ ਕੇ ਕਿਹਾ, ਸਹੁਰੇ ਨੂੰ ਮਾਰ ਦਿੰਦਾ, ਪਰ ਕੀ ਕਰਾਂ, ਮੇਰੇ ਹੱਥ ਬੰਨੇ ਹੋਏ ਹਨ। ਛੁਰਾ ਮਾਰਨ ਦੇ ਅਪਰਾਧ ਵਿੱਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ। ਕਾਬਲੀ ਵਾਲੇ ਵੱਲੋਂ ਮਿੰਨੀ ਦਾ ਧਿਆਨ ਹੌਲੀ-ਹੌਲੀ ਹਟ ਗਿਆ ਅਤੇ ਉਹ ਉਸਨੂੰ ਭੁੱਲ ਗਈ। ਕਈ ਸਾਲ ਲੰਘ ਗਏ। ਅੱਜ ਮੇਰੀ ਮਿੰਨੀ ਦਾ ਵਿਆਹ ਹੈ। ਤਾਂ ਬਹੁਤ ਸਾਲ ਰਹਿਮਤ ਜੇਲ੍ਹ ਵਿੱਚ ਰਿਹਾ ਤੇ ਉਹਨਾਂ ਦਿਨਾਂ ਵਿੱਚ ਉਹ ਸਾਲ ਵੀ ਆ ਗਿਆ ਜਦੋਂ ਕਿ ਮਿੰਨੀ ਦਾ ਵਿਆਹ ਰੱਖਿਆ ਗਿਆ। ਲੋਕ ਆ ਜਾ ਰਹੇ ਸਨ। ਮੈਂ ਆਪਣੇ ਕਮਰੇ ਵਿੱਚ ਬੈਠਾ ਖਰਚੇ ਦਾ ਹਿਸਾਬ ਲਿਖ ਰਿਹਾ ਸਾਂ। ਕੀ ਦੇਖਦਾ ਹਾਂ ਕਿ ਰਹਿਮਤ ਸਾਹਮਣੇ ਖੜਾ ਸਲਾਮ ਕਰ ਰਿਹਾ ਹੈ। ਪਹਿਲਾਂ ਤਾਂ ਮੈਂ ਉਸਨੂੰ ਪਛਾਣ ਨਾ ਸਕਿਆ। ਉਸ ਕੋਲ ਨਾ ਤਾਂ ਬੋਰੀ ਸੀ ਤੇ ਨਾ ਹੀ ਚਿਹਰੇ ਉੱਤੇ ਪਹਿਲਾਂ ਵਰਗੀ ਖੁਸ਼ੀ ਸੀ। ਬੜੇ ਗੌਰ ਨਾਲ ਦੇਖ ਕੇ ਪਤਾ ਚੱਲਿਆ ਕਿ ਉਹ ਰਹਿਮਤ ਹੈ। ਗੌਰ ਨਾਲ ਮਤਲਬ ਧਿਆਨ ਨਾਲ। ਮੈਂ ਪੁੱਛਿਆ, ਕਿਉਂ ਰਹਿਮਤ, ਕਦੋਂ ਆਇਆ? ਕੱਲ੍ਹ ਹੀ ਸ਼ਾਮ ਜੇਲ੍ਹ ਤੋਂ ਛੁੱਟਿਆ ਹਾਂ, ਉਸਨੇ ਦੱਸਿਆ। ਮੈਂ ਉਸਨੂੰ ਕਿਹਾ, ਅੱਜ ਮੇਰੇ ਘਰ ਵਿੱਚ ਇੱਕ ਜ਼ਰੂਰੀ ਕੰਮ ਹੈ। ਮੈਂ ਉਸ ਵਿੱਚ ਬਹੁਤ ਰੁੱਝਿਆ ਹੋਇਆ ਹਾਂ। ਅੱਜ ਤੂੰ ਚਲਾ ਜਾ, ਫਿਰ ਕਦੇ ਆਵੀਂ। ਰੁੱਝਿਆ ਹੋਇਆ ਮਤਲਬ ਬਹੁਤ ਹੀ ਵਿਅਸਤ ਹਾਂ, ਬਹੁਤ ਹੀ ਬਿਜ਼ੀ ਹਾਂ। ਉਹ ਉਦਾਸ ਹੋ ਕੇ ਜਾਣ ਲੱਗਿਆ ਪਰ ਦਰਵਾਜ਼ੇ ਕੋਲ ਰੁਕ ਕੇ ਕੁਝ ਝਿਜਕਦਾ ਜਿਹਾ ਬੋਲਿਆ, ਕੀ ਮੈਂ ਜ਼ਰਾ ਬੱਚੀ ਨੂੰ ਨਹੀਂ ਦੇਖ ਸਕਦਾ? ਸ਼ਾਇਦ ਉਸਨੂੰ ਯਕੀਨ ਸੀ ਕਿ ਮਿੰਨੀ ਹੁਣ ਵੀ ਪਹਿਲਾਂ ਵਰਗੀ ਨਿੱਕੀ ਜਿਹੀ ਬੱਚੀ ਹੀ ਹੈ। ਉਹ ਪਹਿਲਾਂ ਵਾਂਗ ਹੀ ਕਾਬਲੀ ਵਾਲੇ ਪੁਕਾਰਦੀ ਭੱਜੀ ਆਵੇਗੀ। ਉਹਨਾਂ ਦੋਹਾਂ ਦੇ ਪੁਰਾਣੇ ਹਾਸੇ ਤੇ ਗੱਲਬਾਤ ਵਿੱਚ ਕੋਈ ਝਿਜਕ ਰੁਕਾਵਟ ਨਹੀਂ ਆਵੇਗੀ। ਤਾਂ ਰਹਿਮਤ ਨੂੰ ਕੀ ਲੱਗ ਰਿਹਾ ਸੀ ਕਿ ਮਿੰਨੀ ਸ਼ਾਇਦ ਅੱਜ ਵੀ ਉਹ ਛੋਟੀ ਜਿਹੀ ਬੱਚੀ ਹੈ ਜਿਹੜੀ ਉਸਨੂੰ ਆਵਾਜ਼ ਮਾਰਦੇ ਭੱਜੀ ਆਵੇਗੀ
ਤੇ ਉਹਨਾਂ ਦੀ ਗੱਲ ਵਿੱਚ ਕੋਈ ਵੀ ਝਿਜਕ ਜਾਂ ਰੁਕਾਵਟ, ਮਤਲਬ ਝਿਜਕ ਹੁੰਦਾ ਕੋਈ ਸੰਗ ਤੇ ਰੁਕਾਵਟ ਮਤਲਬ ਕੋਈ ਰੋਕ ਨਹੀਂ ਆਵੇਗੀ। ਰਹਿਮਤ ਨੂੰ ਇਸ ਤਰ੍ਹਾਂ ਲੱਗ ਰਿਹਾ। ਮੈਂ ਉਸਨੂੰ ਕਿਹਾ, ਰਹਿਮਤ ਅੱਜ ਘਰ ਵਿੱਚ ਬਹੁਤ ਕੰਮ ਹੈ, ਅੱਜ ਤੂੰ ਉਸਨੂੰ ਨਹੀਂ ਮਿਲ ਸਕੇਗਾ। ਉਹ ਕੁਝ ਉਦਾਸ ਹੋ ਗਿਆ ਤੇ ਸਲਾਮ ਕਰਕੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਗਿਆ। ਮੈਂ ਸੋਚ ਹੀ ਰਿਹਾ ਸਾਂ ਕਿ ਉਸਨੂੰ ਵਾਪਸ ਬੁਲਾਵਾਂ। ਇੰਨੇ ਨੂੰ ਉਹ ਆਪ ਹੀ ਵਾਪਸ ਮੁੜ ਆਇਆ ਅਤੇ ਬੋਲਿਆ, ਇਹ ਥੋੜ੍ਹਾ ਜਿਹਾ ਮੇਵਾ ਬੱਚੀ ਲਈ ਲਿਆਇਆ ਸਾਂ, ਉਸਨੂੰ ਦੇ ਦੇਣਾ। ਮੈਂ ਉਸਨੂੰ ਪੈਸੇ ਦੇਣੇ ਚਾਹੇ ਪਰ ਉਸਨੇ ਕਿਹਾ, ਮਿਹਰਬਾਨੀ ਬਾਬੂ ਸਾਹਿਬ, ਪੈਸੇ ਰਹਿਣ ਦਿਓ। ਫਿਰ ਥੋੜ੍ਹਾ ਰੁਕ ਕੇ ਬੋਲਿਆ, ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ। ਉਸਨੂੰ ਯਾਦ ਕਰਕੇ ਹੀ ਮੈਂ ਤੁਹਾਡੀ ਬੱਚੀ ਲਈ ਥੋੜ੍ਹਾ ਜਿੰਨਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ। ਤਾਂ ਰਹਿਮਤ ਇੱਥੇ ਆਪਣੀ ਬੱਚੀ ਨੂੰ ਯਾਦ ਕਰ ਰਿਹਾ ਹੈ, ਜਿਸ ਦੀ ਉਮਰ ਵੀ ਮਿੰਨੀ ਜਿੰਨੀ ਹੈ। ਤਾਂ ਮਿੰਨੀ ਨੂੰ ਦੇਖ ਕੇ ਉਸਨੂੰ ਆਪਣੀ ਬੱਚੀ, ਆਪਣੀ ਬੇਟੀ ਯਾਦ ਆਉਂਦੀ ਸੀ। ਇਸ ਕਰਕੇ ਉਹ ਮਿੰਨੀ ਨੂੰ ਵਾਰ-ਵਾਰ ਮਿਲਣ ਆਉਂਦਾ ਸੀ। ਉੱਥੇ ਆਉਣ ਦਾ ਉਹਦਾ ਮਕਸਦ ਸੌਦਾ ਵੇਚਣਾ ਜਾਂ ਕੋਈ ਪੈਸੇ ਕਮਾਉਣਾ ਨਹੀਂ ਸੀ, ਸਿਰਫ ਇੱਕ ਬੱਚੀ ਦਾ ਪਿਆਰ ਪ੍ਰਾਪਤ ਕਰਨਾ ਸੀ। ਉਹਨੇ ਆਪਣੀ ਜੇਬ ਵਿੱਚ ਹੱਥ ਪਾ ਕੇ ਕਾਗਜ਼ ਦਾ ਇੱਕ ਟੁਕੜਾ ਕੱਢਿਆ ਤੇ ਮੇਰੇ ਵੱਲ ਵਧਾਇਆ। ਮੈਂ ਕੀ ਦੇਖਦਾ ਹਾਂ ਕਿ ਕਾਗਜ਼ ਦੇ ਇਸ ਨਿੱਕੇ ਜਿਹੇ ਟੁਕੜੇ ਉੱਤੇ ਦੋ ਨਿੱਕੇ ਨਿੱਕੇ ਹੱਥਾਂ ਦੀ ਛਾਪ ਹੈ। ਹੱਥਾਂ 'ਤੇ ਕਾਲਖ ਲਾ ਕੇ ਕਾਗਜ਼ ਉੱਤੇ ਉਹਨਾਂ ਦੇ ਨਿਸ਼ਾਨ ਲਏ ਹੋਏ ਸਨ। ਹੱਥਾਂ ਉੱਤੇ ਕਾਲਖ ਲਾ ਕੇ ਕੋਈ ਨਾ ਕੋਈ ਕਾਲਾ ਰੰਗ ਲਗਾ ਕੇ ਕਾਗਜ਼ ਉੱਤੇ ਉਹਨਾਂ ਦੇ ਨਿਸ਼ਾਨ ਲਏ ਸਨ ਰਹਿਮਤ ਨੇ। ਆਪਣੀ ਬੱਚੀ ਦੀ ਇਸ ਯਾਦ ਨੂੰ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿੱਚ ਸੌਦਾ ਵੇਚਣ ਆਉਂਦਾ ਸੀ। ਤਾਂ ਸਾਨੂੰ ਇੱਥੇ ਵੀ ਪਤਾ ਚੱਲ ਗਿਆ ਕਿ ਇਹ ਕਹਾਣੀ ਕਲਕੱਤੇ ਦੀਆਂ ਗਲੀਆਂ ਵਿੱਚ ਹੈ, ਯਾਨੀ ਕਿ ਕਲਕੱਤਾ ਸ਼ਹਿਰ ਵਿੱਚ ਇਹ ਸਾਰਾ ਕੁਝ ਵਾਪਰਿਆ ਹੈ। ਇਹ ਦੇਖ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਸਭ ਕੁਝ ਭੁੱਲ ਕੇ ਮੈਂ ਉਸੇ ਵੇਲੇ ਮਿੰਨੀ ਨੂੰ ਬਾਹਰ ਬੁਲਾਇਆ। ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ, ਗਹਿਣਿਆਂ ਨਾਲ ਸਜੀ ਮਿੰਨੀ ਮੇਰੇ ਕੋਲ ਆ ਕੇ ਖੜ ਗਈ। ਉਸ ਨੂੰ ਦੇਖ ਕੇ ਪਹਿਲਾਂ ਤਾਂ ਰਹਿਮਤ ਕਾਬਲੀ ਵਾਲਾ ਹੱਕਾ ਬੱਕਾ ਰਹਿ ਗਿਆ। ਕਿੰਨਾ ਹੀ ਚਿਰ ਉਸ ਤੋਂ ਪਹਿਲਾਂ ਵਾਂਗ ਕੋਈ ਗੱਲ ਨਾ ਹੋ ਸਕੀ। ਫਿਰ ਥੋੜ੍ਹੇ ਚਿਰ ਬਾਅਦ ਹੱਸ ਕੇ ਬੋਲਿਆ, ਚੱਲੀ ਸੱਸ ਦੇ ਘਰ ਜਾ ਰਹੀ ਹੈ। ਮਿੰਨੀ ਹੁਣ ਸੱਸ ਦਾ ਮਤਲਬ ਸਮਝਦੀ ਸੀ। ਸੰਗ ਨਾਲ ਉਸ ਦਾ ਚਿਹਰਾ ਲਾਲ ਹੋ ਗਿਆ। ਮਿੰਨੀ ਦੇ ਜਾਣ ਬਾਅਦ ਇੱਕ ਹੌਕਾ ਭਰ ਕੇ ਰਹਿਮਤ ਪੁੰਜੇ ਹੀ ਬੈਠ ਗਿਆ। ਸ਼ਾਇਦ ਇਸ ਘੜੀ ਉਹ ਸੋਚ ਰਿਹਾ ਸੀ ਕਿ ਉਸ ਦੀ ਬੱਚੀ ਵੀ ਇੰਨੇ ਚਿਰ ਵਿੱਚ ਮਿੰਨੀ ਜਿੱਡੀ ਹੋ ਗਈ ਹੋਵੇਗੀ। ਰੱਬ ਜਾਣੇ ਇਹਨਾਂ 8 ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਵੇਗੀ। ਉਹ ਉਸ ਦੀ ਯਾਦ ਵਿੱਚ ਗੁੰਮ ਹੋ ਗਿਆ। ਤਾਂ ਕਾਬਲੀ ਵਾਲੇ ਨੂੰ ਆਪਣੀ ਬੇਟੀ ਦੀ ਯਾਦ ਆ ਗਈ ਕਿ ਉਹ ਵੀ ਹੁਣ ਇੰਨੀ ਵੱਡੀ ਹੋ ਗਈ ਹੋਏਗੀ ਅਤੇ 8 ਸਾਲ ਜਿਹੜੇ ਕਾਬਲੀ ਵਾਲਾ ਜੇਲ੍ਹ ਵਿੱਚ ਰਿਹਾ, ਆਪਣੇ ਘਰ ਵਾਪਿਸ ਨਹੀਂ ਜਾ ਸਕਿਆ, ਇਹਨਾਂ 8 ਸਾਲਾਂ ਵਿੱਚ ਉਸ ਬੇਟੀ ਨਾਲ ਪਤਾ ਨਹੀਂ ਕੀ ਹੋਇਆ ਹੋਵੇਗਾ। ਮੈਂ ਕੁਝ ਰੁਪਏ ਕੱਢ ਕੇ ਉਸਦੇ ਹੱਥ 'ਤੇ ਰੱਖ ਦਿੱਤੇ ਅਤੇ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਤਾਂ ਮਿੰਨੀ ਦੇ ਪਾਪਾ, ਮਿੰਨੀ ਦੇ ਪਿਤਾ ਜੀ ਕਾਬਲੀ ਵਾਲੇ ਨੂੰ ਪੈਸੇ ਦਿੰਦੇ ਨੇ ਤਾਂ ਜੋ ਉਹ ਵੀ ਆਪਣੀ ਬੱਚੀ ਕੋਲ ਜਾ ਸਕੇ। ਤਾਂ ਇਹ ਸੀ ਸਾਡੀ ਕਹਾਣੀ ਕਾਬਲੀ ਵਾਲਾ। ਤਾਂ ਬੱਚਿਓ, ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ? ਸਭ ਤੋਂ ਪਹਿਲੀ ਗੱਲ ਜੋ ਅਸੀਂ ਸਿੱਖੀ ਉਹ ਕਿ ਬੱਚੇ ਮਨ ਦੇ ਬਹੁਤ ਸਾਫ਼ ਹੁੰਦੇ ਹਨ। ਉਹਨਾਂ ਨੂੰ ਜੋ ਕਹਿ ਦਿਓ ਉਹ ਹੀ ਮੰਨ ਲੈਂਦੇ ਹਨ। ਜਿਵੇਂ ਮਿੰਨੀ ਨੂੰ ਕਿਸੇ ਨੇ ਕਿਹਾ ਹੋਇਆ ਸੀ ਕਿ ਕਾਬਲੀ ਵਾਲੇ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਹਨ, ਤਾਂ ਉਹ ਇਸ ਗੱਲ ਨੂੰ ਮੰਨ ਲੈਂਦੀ ਹੈ। ਪਰ ਬਾਅਦ ਵਿੱਚ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਕਾਬਲੀ ਵਾਲਾ ਚੰਗਾ ਬੰਦਾ ਹੈ, ਤਾਂ ਉਸ ਨਾਲ ਬਹੁਤ ਵਧੀਆ ਤਰ੍ਹਾਂ ਖੁਸ਼ ਹੋ ਕੇ ਗੱਲਾਂ ਕਰਦੀ ਹੈ। ਦੂਸਰੀ ਜੋ ਗੱਲ ਸਾਨੂੰ ਸਿੱਖਣ ਨੂੰ ਮਿਲੀ ਕਿ ਸਾਨੂੰ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਕਾਬਲੀ ਵਾਲੇ ਨੂੰ ਗੁੱਸਾ ਆਇਆ ਅਤੇ ਉਸਨੇ ਉਸ ਆਦਮੀ ਦਾ ਕਤਲ ਕਰ ਦਿੱਤਾ। ਜੇ ਉਸਨੇ ਉਹ ਕਤਲ ਨਾ ਕੀਤਾ ਹੁੰਦਾ ਤਾਂ ਉਹ ਆਪਣੀ ਬੇਟੀ ਕੋਲ ਵਾਪਿਸ ਆਪਣੇ ਦੇਸ਼ ਜਾ ਸਕਦਾ ਸੀ। ਤਾਂ ਪਲ ਭਰ ਦੇ ਗੁੱਸੇ ਨੇ ਉਸਨੂੰ ਆਪਣੀ ਬੇਟੀ ਤੋਂ 8 ਸਾਲ ਲਈ ਦੂਰ ਕਰ ਦਿੱਤਾ। ਤਾਂ ਇਹ ਸੀ ਕੁਝ ਸਿੱਖਿਆਵਾਂ ਜੋ ਸਾਨੂੰ ਇਸ ਕਹਾਣੀ ਤੋਂ ਮਿਲੀਆਂ। ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਵੀ ਅਗਰ ਇਸ ਕਹਾਣੀ ਤੋਂ ਸਿੱਖਿਆ ਹੈ ਤਾਂ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ। ਹੁਣ ਅਸੀਂ ਕਰਾਂਗੇ ਇਸ ਪਾਠ ਦਾ ਅਭਿਆਸ। ਪਾਠ ਵਿੱਚ ਸਭ ਤੋਂ ਪਹਿਲਾਂ ਹੈ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਇਸ ਵਿੱਚ ਪਹਿਲਾ ਪ੍ਰਸ਼ਨ ਹੈ, ਮਿੰਨੀ ਦੀ ਉਮਰ ਕਿੰਨੀ ਹੈ? ਜਿਸ ਵਿੱਚ 3 ਆਪਸ਼ਨਸ ਹਨ, 7 ਸਾਲ, 5 ਸਾਲ ਜਾਂ 9 ਸਾਲ। ਤਾਂ ਇਸ ਦਾ ਸਹੀ ਉੱਤਰ ਹੈ ਐੜਾ 5 ਸਾਲ। ਅਗਲਾ ਪ੍ਰਸ਼ਨ ਹੈ, ਰਹਿਮਤ ਨੇ ਮੋਢਿਆਂ 'ਤੇ ਕੀ ਲਟਕਾਇਆ ਹੋਇਆ ਸੀ? ਅੰਗੂਰਾਂ ਦੀ ਟੋਕਰੀ, ਕੱਪੜੇ ਜਾਂ ਮੇਵਿਆਂ ਦੀ ਬੋਰੀ। ਇਸ ਦਾ ਸਹੀ ਉੱਤਰ ਹੈ ਈੜੀ, ਮੇਵਿਆਂ ਦੀ ਬੋਰੀ।
ਅੱਗੇ ਹੈ ਕਾਬਲੀ ਵਾਲੇ ਨੂੰ ਆਪਣੇ ਦੇਸ਼ ਜਾਣ ਤੋਂ ਪਹਿਲਾਂ ਘਰ ਘਰ ਕਿਉਂ ਜਾਣਾ ਪੈਂਦਾ ਸੀ? ਪੈਸੇ ਉਗਰਾਉਣ ਲਈ, ਲੋਕਾਂ ਨੂੰ ਮਿਲਣ ਲਈ ਜਾਂ ਸੁਗਾਤਾਂ ਦੇਣ ਲਈ? ਤਾਂ ਇਸ ਦਾ ਸਹੀ ਉੱਤਰ ਹੈ ਊੜਾ, ਪੈਸੇ ਉਗਰਾਉਣ ਲਈ। ਅਗਲਾ ਪ੍ਰਸ਼ਨ ਹੈ ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ? ਸੌਂ ਰਿਹਾ ਸੀ, ਹਿਸਾਬ ਲਿਖ ਰਿਹਾ ਸੀ ਜਾਂ ਪੜ੍ਹ ਰਿਹਾ ਸੀ? ਤਾਂ ਇਸ ਦਾ ਉੱਤਰ ਹੈ ਐੜਾ, ਹਿਸਾਬ ਲਿਖ ਰਿਹਾ ਸੀ। ਪੰਜਵਾਂ ਪ੍ਰਸ਼ਨ ਹੈ ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ? ਮਿੰਨੀ ਦੀ ਯਾਦ ਵਿੱਚ, ਆਪਣੀ ਬੱਚੀ ਦੀ ਯਾਦ ਵਿੱਚ ਜਾਂ ਪਤਨੀ ਦੀ ਯਾਦ ਵਿੱਚ? ਤਾਂ ਇਸ ਦਾ ਉੱਤਰ ਹੈ ਐੜਾ, ਆਪਣੀ ਬੱਚੀ ਦੀ ਯਾਦ ਵਿੱਚ। ਇਸ ਤੋਂ ਬਾਅਦ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਾਬਲੀ ਵਾਲੇ ਦਾ ਕੀ ਨਾਂ ਸੀ? ਤਾਂ ਇਸ ਦਾ ਉੱਤਰ ਹੈ ਕਾਬਲੀ ਵਾਲੇ ਦਾ ਨਾਂ ਰਹਿਮਤ ਸੀ। ਅੱਗੇ ਹੈ ਮਿੰਨੀ ਦੇ ਮਨ ਵਿੱਚ ਕਿਹੜੀ ਗੱਲ ਘਰ ਕਰ ਗਈ ਸੀ? ਤਾਂ ਇਸ ਦਾ ਉੱਤਰ ਹੈ ਮਿੰਨੀ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀ ਵਾਲੇ ਦੀ ਬੋਰੀ ਵਿੱਚ ਬੱਚੇ ਬੰਦ ਹੁੰਦੇ ਹਨ। ਤੀਸਰਾ ਪ੍ਰਸ਼ਨ ਹੈ ਮਿੰਨੀ ਦੀ ਮਾਂ ਉਸ ਨੂੰ ਕਿਉਂ ਡਾਂਟ ਰਹੀ ਸੀ? ਤਾਂ ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਚੌਥਾ ਪ੍ਰਸ਼ਨ ਹੈ ਕਾਗਜ਼ ਦੇ ਟੁਕੜੇ ਤੇ ਕਿਹੋ ਜਿਹੀ ਛਾਪ ਸੀ? ਤਾਂ ਇਸ ਦਾ ਉੱਤਰ ਹੈ ਕਾਗਜ਼ ਦੇ ਟੁਕੜੇ ਤੇ ਛੋਟੇ ਛੋਟੇ ਹੱਥਾਂ ਦੀ ਛਾਪ ਸੀ। ਆਖਰੀ ਪ੍ਰਸ਼ਨ ਹੈ ਰਹਿਮਤ ਪੁੰਜੇ ਕਿਉਂ ਬੈਠ ਗਿਆ? ਤਾਂ ਇਸ ਦਾ ਉੱਤਰ ਹੈ ਰਹਿਮਤ ਆਪਣੀ ਬੱਚੀ ਨੂੰ ਯਾਦ ਕਰਕੇ ਪੁੰਜੇ ਬੈਠ ਗਿਆ। ਤੋਂ ਅੱਗੇ ਹਨ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਸ਼ੁਰੂ ਵਿੱਚ ਮਿੰਨੀ ਕਾਬਲੀ ਵਾਲੇ ਤੋਂ ਕਿਉਂ ਡਰਦੀ ਸੀ? ਇਸ ਦਾ ਉੱਤਰ ਤੁਹਾਨੂੰ ਇਸ ਪਾਠ ਦੇ ਪੰਨਾ ਨੰਬਰ 20 ਦੇ ਆਖਰੀ ਪੈਰੇ ਵਿੱਚ ਮਿਲ ਜਾਵੇਗਾ। ਸ਼ੁਰੂ ਵਿੱਚ ਮਿੰਨੀ ਨੂੰ ਡਰ ਸੀ ਕਿ ਕਾਬਲੀ ਵਾਲਾ ਕਿਤੇ ਉਸ ਨੂੰ ਫੜ ਕੇ ਨਾ ਲੈ ਜਾਵੇ। ਉਸ ਦੇ ਮਨ ਵਿੱਚ ਇਹ ਗੱਲ ਘਰ ਘਰ ਗਈ ਸੀ ਕਿ ਕਾਬਲੀ ਵਾਲੇ ਦੇ ਬੋਰੀ ਖੋਲ੍ਹਣ ਤੇ ਵਿੱਚੋਂ 2-4 ਬੱਚੇ ਨਿਕਲ ਸਕਦੇ ਹਨ। ਅਗਲਾ ਪ੍ਰਸ਼ਨ ਹੈ ਕਾਬਲੀ ਵਾਲਾ ਕੀ ਕੰਮ ਕਰਦਾ ਸੀ? ਤਾਂ ਇਸ ਦਾ ਉੱਤਰ ਹੈ ਕਾਬਲੀ ਵਾਲਾ ਮੇਵੇ, ਫਲ ਤੇ ਹੋਰ ਕਈ ਨਿੱਕ ਸੁੱਕ ਵੇਚਣ ਦਾ ਕੰਮ ਕਰਦਾ ਸੀ। ਤੀਸਰਾ ਪ੍ਰਸ਼ਨ ਹੈ ਕਾਬਲੀ ਵਾਲਾ ਮਿੰਨੀ ਨੂੰ ਕਿਉਂ ਮਿਲਣ ਆਉਂਦਾ ਸੀ? ਤਾਂ ਇਸ ਦਾ ਉੱਤਰ ਹੈ ਕਾਬਲੀ ਵਾਲਾ ਮਿੰਨੀ ਨੂੰ ਇਸ ਕਰਕੇ ਮਿਲਣ ਆਉਂਦਾ ਸੀ ਕਿਉਂਕਿ ਕਾਬਲੀ ਵਾਲੇ ਦੀ ਆਪਣੀ ਬੱਚੀ ਵੀ ਦੇਖਣ ਵਿੱਚ ਮਿੰਨੀ ਵਰਗੀ ਸੀ, ਮਿੰਨੀ ਦੀ ਉਮਰ ਦੀ ਸੀ। ਅਗਲਾ ਪ੍ਰਸ਼ਨ ਹੈ ਵਿਆਹ ਵਾਲੀ ਪੁਸ਼ਾਕ ਵਿੱਚ ਮਿੰਨੀ ਨੂੰ ਦੇਖ ਕੇ ਰਹਿਮਤ ਨੇ ਕੀ ਮਹਿਸੂਸ ਕੀਤਾ? ਤਾਂ ਇਸ ਦਾ ਉੱਤਰ ਤੁਹਾਨੂੰ ਪਾਠ ਦੇ ਆਖਰੀ ਪੈਰਿਆਂ ਵਿੱਚ ਮਿਲ ਜਾਵੇਗਾ। ਮਿੰਨੀ ਨੂੰ ਦੇਖ ਕੇ ਰਹਿਮਤ ਹੱਕਾ ਬੱਕਾ ਰਹਿ ਗਿਆ, ਉਹ ਕੋਈ ਗੱਲ ਨਾ ਕਰ ਸਕਿਆ ਤੇ ਉਸ ਦੇ ਜਾਣ ਤੋਂ ਬਾਅਦ ਉਸਨੂੰ ਆਪਣੀ ਬੱਚੀ ਯਾਦ ਆ ਗਈ, ਜੋ ਕਿ ਹੁਣ ਵੀ ਮਿੰਨੀ ਜਿੱਡੀ ਵੱਡੀ ਹੋ ਚੁੱਕੀ ਹੋਵੇਗੀ। ਤੇ ਆਖਰੀ ਪ੍ਰਸ਼ਨ ਹੈ ਪੈਸੇ ਦੇ ਕੇ ਲੇਖਕ ਨੇ ਕਾਬਲੀ ਵਾਲੇ ਨੂੰ ਕੀ ਕਿਹਾ? ਇਸ ਦਾ ਉੱਤਰ ਤੁਹਾਨੂੰ ਪਾਠ ਦੀ ਆਖਰੀ ਲਾਈਨ ਵਿੱਚ ਮਿਲ ਜਾਵੇਗਾ। ਪੈਸੇ ਦੇ ਕੇ ਲੇਖਕ ਨੇ ਕਾਬਲੀ ਵਾਲੇ ਨੂੰ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਇਹ ਸੀ ਸਾਡੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਇਸ ਤੋਂ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਇਹ ਤੁਸੀਂ ਆਪਣੇ ਹਿਸਾਬ ਨਾਲ, ਆਪਣੀ ਮਰਜ਼ੀ ਨਾਲ ਵੀ ਵਾਕ ਬਣਾ ਸਕਦੇ ਹੋ ਅਤੇ ਮੈਂ ਵੀ ਤੁਹਾਡੇ ਲਈ ਵਾਕ ਬਣਾ ਦਿੱਤੇ ਹਨ। ਇਸ ਵਿੱਚ ਪਹਿਲਾ ਸ਼ਬਦ ਹੈ ਅਚਾਨਕ, ਜਿਸ ਦਾ ਵਾਕ ਬਣ ਸਕਦਾ ਹੈ ਰਾਣੀ ਅਚਾਨਕ ਡਿੱਗ ਗਈ। ਅਗਲਾ ਸ਼ਬਦ ਹੈ ਧੀਮੀ, ਜਿਸ ਦਾ ਭਾਵ ਹੁੰਦਾ ਹੈ ਹੌਲੀ, ਤਾਂ ਕਿਸ਼ਨ ਧੀਮੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ। ਅਗਲਾ ਸ਼ਬਦ ਹੈ ਹੌਲੀ ਹੌਲੀ, ਤਾਂ ਇਸ ਦਾ ਵਾਕ ਬਣੇਗਾ ਅਸੀਂ ਹੌਲੀ ਹੌਲੀ ਕੰਮ ਕੀਤਾ। ਅੱਗੇ ਹੈ ਝਿਜਕ, ਝਿਜਕ ਦਾ ਮਤਲਬ ਹੁੰਦਾ ਹੈ ਸੰਗ, ਮਿੰਨੀ ਝਿਜਕ ਰਹੀ ਸੀ। ਤੇ ਆਖਰੀ ਸ਼ਬਦ ਹੈ ਪੁਸ਼ਾਕ, ਪੁਸ਼ਾਕ ਹੁੰਦਾ ਹੈ ਪਹਿਰਾਵਾ, ਮੈਂ ਨਵੀਂ ਪੁਸ਼ਾਕ ਪਾਈ ਹੈ। ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ, ਜਿਸ ਵਿੱਚ ਪਹਿਲਾ ਵਾਕ ਹੈ ਕਾਬਲੀ ਵਾਲਾ ਡੈਸ਼ ਚਾਲ ਵਿੱਚ ਸੜਕ ਤੇ ਜਾ ਰਿਹਾ ਸੀ, ਤਾਂ ਇਸ ਵਿੱਚ ਆਏਗਾ ਧੀਮੀ। ਅਗਲਾ ਹੈ ਡਰ ਨਾਲ ਉਹ ਮੇਰੀਆਂ ਡੈਸ਼ ਨਾਲ ਚਿੰਬੜ ਗਈ, ਜਿਸ ਵਿੱਚ ਆਏਗਾ ਲੱਤਾਂ। ਤੀਸਰਾ ਹੈ ਮਿੰਨੀ ਦੀ ਝੋਲੀ ਡੈਸ਼ ਅਤੇ ਡੈਸ਼ ਨਾਲ ਭਰੀ ਹੋਈ ਸੀ, ਇਸ ਵਿੱਚ ਆਏਗਾ ਬਦਾਮਾਂ ਅਤੇ ਕਿਸ਼ਮਿਸ਼। ਚੌਥਾ ਵਾਕ ਹੈ ਹਰ ਸਾਲ ਸਰਦੀਆਂ ਦੇ ਅੰਤ ਵਿੱਚ ਡੈਸ਼ ਆਪਣੇ ਦੇਸ਼ ਚਲਿਆ ਜਾਂਦਾ, ਇਸ ਵਿੱਚ ਆਏਗਾ ਕਾਬਲੀ ਵਾਲਾ। ਤੇ ਆਖਰੀ ਵਾਕ ਹੈ ਮਿੰਨੀ ਦੇ ਜਾਣ ਬਾਅਦ ਇੱਕ ਹੌਕਾ ਭਰ ਕੇ ਡੈਸ਼ ਪੁੰਜੇ ਹੀ ਬੈਠ ਗਿਆ, ਤਾਂ ਇਸ ਵਿੱਚ ਆਏਗਾ ਰਹਿਮਤ। ਛੇਵਾਂ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ, ਜਿਸ ਵਿੱਚ ਕਿ ਤੁਹਾਨੂੰ 5 ਸ਼ਬਦ ਦਿੱਤੇ ਗਏ ਹਨ। ਪਹਿਲਾ ਸ਼ਬਦ ਹੈ ਖਿੜਕੀ, ਜਿਸ ਦਾ ਹਿੰਦੀ ਵਿੱਚ ਆਏਗਾ ਖਿੜਕੀ ਤੇ ਅੰਗਰੇਜ਼ੀ ਵਿੱਚ ਵਿੰਡੋ, WINDOW। ਅਗਲਾ ਸ਼ਬਦ ਹੈ ਜਾਣ ਪਹਿਚਾਣ, ਹਿੰਦੀ ਵਿੱਚ ਆਏਗਾ ਪਰਿਚੈ
ਤੇ ਅੰਗਰੇਜ਼ੀ ਵਿੱਚ ਇੰਟਰੋਡਕਸ਼ਨ, INTRODUCTION। ਅਗਲਾ ਸ਼ਬਦ ਹੈ ਹਰ ਰੋਜ਼, ਹਿੰਦੀ ਵਿੱਚ ਹਰ ਦਿਨ ਤੇ ਅੰਗਰੇਜ਼ੀ ਵਿੱਚ ਐਵਰੀਡੇ, EVERYDAY। ਅਗਲਾ ਸ਼ਬਦ ਹੈ ਟੁਕੜਾ, ਹਿੰਦੀ ਵਿੱਚ ਟੁਕੜਾ ਤੇ ਅੰਗਰੇਜ਼ੀ ਵਿੱਚ ਪੀਸ, PIECE। ਅਗਲਾ ਸ਼ਬਦ ਹੈ ਚਿਹਰਾ, ਹਿੰਦੀ ਵਿੱਚ ਚਿਹਰਾ ਤੇ ਅੰਗਰੇਜ਼ੀ ਵਿੱਚ ਫੇਸ, FACE। ਇਸ ਤੋਂ ਬਾਅਦ ਹੈ ਇਸ ਪਾਠ ਦਾ ਆਖਰੀ ਪ੍ਰਸ਼ਨ। ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਇਸ ਵਿੱਚ ਤੁਹਾਨੂੰ 6 ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਦੇ ਕਿ ਗਲਤ ਸ਼ਬਦ ਜੋੜ ਦਿੱਤੇ ਗਏ ਹਨ। ਤੁਸੀਂ ਪਾਠ ਵਿੱਚੋਂ ਲੱਭ ਕੇ ਆਪ ਵੀ ਉਹਨਾਂ ਦੇ ਸਹੀ ਸ਼ਬਦ ਜੋੜ ਲਿਖ ਸਕਦੇ ਹੋ ਤੇ ਤੁਹਾਡੀ ਸਹੂਲਤ ਲਈ ਮੈਂ ਵੀਡੀਓ ਵਿੱਚ ਵੀ ਸਹੀ ਸ਼ਬਦ ਜੋੜ ਦੇ ਦਿੱਤੇ ਹਨ। ਇਹ ਸ਼ਬਦ ਹਨ ਜ਼ਰੂਰੀ, ਸਹੁਰਾ, ਮਿਲਨ, ਚਿਹਰਾ, ਕੁਝ ਅਤੇ ਸੌਦਾ। ਤਾਂ ਬੱਚੋ ਇਹ ਸੀ ਤੁਹਾਡਾ ਪਾਠ ਕਾਬਲੀ ਵਾਲਾ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੈ, ਇਹ ਕਹਾਣੀ ਵਧੀਆ ਲੱਗੀ ਹੈ ਤੇ ਨਾਲੇ ਤੁਸੀਂ ਇਸ ਦਾ ਅਭਿਆਸ ਵੀ ਹੁਣ ਹੱਲ ਕਰ ਲਵੋਗੇ। ਤੁਹਾਡੇ ਅਗਲਾ ਪਾਠ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ। ਉਦੋਂ ਤੱਕ ਪੰਜਾਬੀ ਸਕੂਲ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਵੀ ਹੋਰ ਵਿਦਿਆਰਥੀਆਂ ਨਾਲ ਸ਼ੇਅਰ ਕਰੋ ਤਾਂ ਜੋ ਸਭ ਇਸ ਤੋਂ ਲਾਭ ਉਠਾ ਸਕਣ। ਮੈਨੂੰ ਯਾਨੀ ਕਿ ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।